सत श्री अकाल जी, स्वागत करते हैं सारे दर्शकों का गूंजा सिख विरसे दी साड़ी खास पेशकश के विच दिल्ली सिख गुरुद्वारा प्रबंधक कमेटी वालों एक कैंडल मार्च कढ़ी गई। क्यों ये कैंडल मार्च कढ़ी गई, कित्थों तो लैके कित्थे तक कढ़ी गई, पूरी खबर पर नज़र पावांगे। शुरुआत करते हैं खास पेशकश की जिसका नाम गूंजा सिख विरसे दी। 37 साल बीत जाने के बावजूद भी वो जख्म हले भी हरे ने जिहड़े 37 साल पहला होए सीगे। जी हाँ, असी गल कर रहे हैं 1984 की। 1984 ਦੇ ਵਿੱਚ कई नौजवानों का कई लोगों का कतलेआम किया गया, जिस दे जख्म अज भी उन्होंने परिवारक मैंबरों के उत्ते हरे ने, जिसनों लैके दिल्ली सिख गुरुद्वारा प्रबंधक कमेटी वालों गुरुद्वारा रकाबगंज साहिब विखे तो सच की कंध तक कैंडल मार्च कढ़िया गया। इस कैंडल मार्च के विच दिल्ली सिख गुरुद्वारा प्रबंधक कमेटी के मैंबर मौजूद रहे। सतनाम वाहेगुरु। सतनाम वाहेगुरु। उन्नीस सौ 84 च दिल्ली च होए कतलेआम दे विच मारे गए परिवारां नूं याद करते हुए अज जिहड़ा दिल्ली सिख गुरुद्वारा प्रबंधक कमेटी वालों कैंडल मार्च कढ़िया जा रहा। तस्वीरां तुसीं देख रहे हो, सतनाम वाहेगुरु का जाप करते हुए जिहड़ा है ये कैंडल मार्च गुरुद्वारा रकाबगंज साहब तो शुरू होया और सच की दीवार ते जाके जिहड़ा है समाप्त होएगा। और दिल्ली सिख गुरुद्वारा प्रबंधक कमेटी की सारी टीम जिहड़ी है वो शामिल है। 1984 के पीड़ित परिवार जिहड़े ने वो परिवार शामिल ने, ਜਿਹੜੇ इस परिवारां ने 1984 तो बाद जिहड़ी है लड़ाई लड़ी, इंसाफ की लड़ाई लड़ी। कई जिहड़े वड्डे नाम जिहड़े ने वो जेलों दे विच गए, पर फिर भी अजे इंसाफ बाकी है क्योंकि कई वड्डे नाम जिहड़े ने वो अजे भी बाहर ने। और तमाम दिल्ली सिख गुरुद्वारा प्रबंधक कमेटी की टीम जिहड़ी है मौजूद है। श्रोमणी अकाली दल के दिल्ली इकाई के प्रधान हरमीत सिंह कालका मौजूद ने और
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਾਰਚ ਜਿਹੜਾ ਹੈ ਉਹ ਆਰੰਭ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਹ ਮਾਰਚ ਜਿਹੜਾ ਸ਼ੁਰੂ ਹੋਇਆ ਔਰ ਸੱਚ ਦੀ ਦੀਵਾਰ ਤੇ ਜਾ ਕੇ ਜਿਹੜਾ ਹੈ ਇਹ ਮਾਰਚ ਖਤਮ ਹੋਏਗਾ। ਕਾਲਕਾ ਜੀ, ਹਰ ਸਾਲ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਉਹਨਾਂ ਸ਼ਹੀਦਾਂ ਨੂੰ, ਪਰ ਇਨਸਾਫ ਅਜੇ ਵੀ ਨਹੀਂ ਮਿਲ ਰਿਹਾ। ਦੇਖੋ, ਅੱਜ 37 ਸਾਲ ਹੋ ਗਏ 1984 ਹੋਏ ਔਰ ਜਿਸ ਤਰੀਕੇ ਦੇ ਨਾਲ ਸਾਡੇ ਕਾਤਲਾਂ ਨੂੰ ਅੱਜ ਵੀ ਸਨਮਾਨਿਤ ਕੀਤਾ ਜਾਂਦਾ, ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਧੱਕਾ ਔਰ ਇੰਨਾ ਵੱਡਾ ਜੈਨੋਸਾਈਡ ਹੋਣ ਦੇ ਬਾਵਜੂਦ ਵੀ, ਕਤਲੇਆਮ ਹੋਣ ਤੋਂ ਬਾਅਦ ਮੈਂ ਸਮਝਦਾ ਕਿ ਸਰਕਾਰਾਂ ਜੋ ਵੀ ਰਹੀਆਂ ਇੰਨੇ ਸਾਲਾਂ ਦੇ ਵਿੱਚ ਕਿਸੇ ਨੇ ਸਿੱਖਾਂ ਦੀ ਗੱਲ ਨਹੀਂ ਮਾਰੀ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਆਪਣਾ ਫਰਜ਼ ਪੂਰਾ ਕਰਦਾ ਹੋਇਆ ਹਰ ਸਾਲ ਇਹ ਪ੍ਰੋਗਰਾਮ ਇੱਥੇ ਕਰਦਾ ਹੈ ਔਰ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ। ਸਿਰਸਾ ਸਾਹਿਬ, ਉਹਨਾਂ ਤਮਾਮ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ, ਪਰ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੋਸ਼ੀਆਂ ਨੂੰ ਅਹੁਦੇ ਦੇ ਰਹੀਆਂ ਨੇ। ਬੜਾ ਦੁੱਖ ਆ ਕਿ 37 ਸਾਲ ਹੋ ਗਏ ਲਗਾਤਾਰ ਸਾਨੂੰ ਨਿਰੰਤਰ ਲੜਾਈ ਲੜਦੇ ਆ। ਜਿਸ ਪਾਰਟੀ ਦੇ ਖਿਲਾਫ ਔਰ ਜਿਨ੍ਹਾਂ ਦਰਿੰਦਿਆਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਆ, ਉਹ ਪਾਰਟੀਆਂ ਅੱਜ ਵੀ ਉਹਨਾਂ ਦਰਿੰਦਿਆਂ ਦੇ ਨਾਲ ਖੜੀਆਂ ਨੇ, ਉਹਨਾਂ ਨੂੰ ਵੱਡੇ ਅਹੁਦੇ ਦਿੰਦੀਆਂ ਨੇ, ਕਦੀ ਮੰਤਰੀ ਬਣਾਉਂਦੀਆਂ ਨੇ, ਕਦੀ MP ਬਣਾਉਂਦੀਆਂ ਨੇ। ਇਹ ਇਸ ਗੱਲ ਦਾ ਦੁੱਖ ਜਿਹੜਾ ਇਹ ਹਮੇਸ਼ਾ ਹੀ ਰਹੂਗਾ। ਲੇਕਿਨ ਇਹ ਲੜਾਈ ਜਿਹੜੀ ਆ ਅਸੀਂ ਇਹਨੂੰ ਅੰਤ ਤੱਕ ਲੜਾਂਗੇ। ਜਿਵੇਂ ਸੱਜਣ ਕੁਮਾਰ ਨੂੰ ਅੰਦਰ ਕਰਾਇਆ, ਜਗਦੀਸ਼ ਟਾਈਟਲਰ ਦੀ ਕਲੀਨ ਚਿੱਟ ਖਤਮ ਕਰਾਈ ਆ, ਕਮਲਨਾਥ ਦਾ ਕੇਸ ਖੁਲਵਾਇਆ ਨਾ, ਸਭ ਨੂੰ ਜੇਲ੍ਹਾਂ ਛੱਡ ਕੇ ਆਵਾਂਗੇ। ਲੜਾਈ ਜਿੰਨੀ ਮਰਜ਼ੀ ਲੰਬੀ ਲੜਨੀ ਪਵੇ। ਇਹ ਜਿਹੜੀ ਸਾਡੀ ਅੱਜ ਇਹ ਜਿਹੜੀ ਲਾਟ ਹੈ ਨਾ ਇਸ ਮੋਮਬੱਤੀ ਦੀ, ਇਹ ਹਮੇਸ਼ਾ ਲੋਕਾਂ ਨੂੰ ਯਾਦ ਕਰਾਉਂਦੀ ਰਹੇਗੀ ਕਿ ਅਸੀਂ ਨਾ ਆਪਣੇ ਦੁਸ਼ਮਣਾਂ ਨੂੰ ਕਦੀ ਭੁੱਲਿਆ ਤੇ ਨਾ ਭੁੱਲਾਂਗੇ। ਸੋ ਬਿਲਕੁਲ ਜਿਹੜਾ ਹੈ ਉਹ ਦਿੱਲੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਾਰਚ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਔਰ ਸੱਚ ਦੀ ਦੀਵਾਰ ਤੇ ਪਹੁੰਚ ਕੇ ਲਗਭਗ ਇਹ ਮਾਰਚ ਸਮਾਪਤ ਹੋਏਗਾ। ਤਸਵੀਰਾਂ ਜਿਹੜੀਆਂ ਨੇ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ ਨੇ ਔਰ 1984 ਦੇ ਪੀੜਤ ਪਰਿਵਾਰ ਸ਼ਾਮਲ ਨੇ। ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਜੋ ਮੈਂਬਰ ਨੇ ਉਹ ਸ਼ਾਮਲ ਨੇ। ਕੋਛੜ ਸਾਹਿਬ ਵੀ ਇੱਥੇ ਨੇ। ਕੋਛੜ ਸਾਹਿਬ, ਹਰ ਸਾਲ ਦੀ ਤਰ੍ਹਾਂ ਕੈਂਡਲ ਮਾਰਚ ਕੱਢਿਆ ਗਿਆ ਹੈ, ਕਿੰਨੀ ਕੁ ਵੱਡੀ ਗਿਣਤੀ 'ਚ 1984 ਦੇ ਪੀੜਤ ਪਰਿਵਾਰ ਪਹੁੰਚੇ ਨੇ? ਬਹੁਤ ਜ਼ਿਆਦਾ ਪੀੜਿਤ ਪਰਿਵਾਰ ਪਹੁੰਚੇ ਨੇ, ਪਰ ਇਹ ਅੱਜ ਤੱਕ ਹੀ ਇੰਨਾ ਦੇਰ ਹੋ ਗਈ, ਇਨਸਾਫ ਨਹੀਂ ਮਿਲਿਆ, ਹਿਰਦੇ ਬਲੁੰਦਰੇ ਗਏ ਨੇ। ਜਿਨ੍ਹਾਂ ਨੇ ਵੀ ਕੀਤਾ, ਸਰਕਾਰ ਨੂੰ ਫੌਰਨ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਔਰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਹਰ ਸਾਲ ਕਮੇਟੀ ਉਹਨਾਂ ਪਰਿਵਾਰਾਂ ਦੇ ਨਾਲ ਵੀ ਖੜੀ ਹੁੰਦੀ ਹੈ, ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦੀ ਗੱਲ ਹੋਵੇ, ਰਾਸ਼ਨ ਦੀ ਗੱਲ ਹੋਵੇ। ਉਹਨਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਪੂਰੀ ਸਹੂਲਤਾਂ ਦੇ ਰਹੀ ਹੈ। ਜਿਹੜੇ ਦੰਗਾ ਪੀੜਿਤ ਪਰਿਵਾਰ ਨੇ ਉਹਨਾਂ ਨੂੰ, ਚਾਹੇ ਉਹਨਾਂ ਦੇ ਬੱਚਿਆਂ ਦੀ ਫੀਸ ਹੈ, ਚਾਹੇ ਰਾਸ਼ਨ ਹੈ, ਕਿਸੇ ਪ੍ਰਕਾਰ ਦੀ ਉਹਨਾਂ ਦੀ ਤਕਲੀਫ ਨੂੰ ਇਹ ਉਸੇ ਵਕਤ ਫੌਰਨ ਹੱਲ ਕਰਦੇ ਹਨ। ਸੋ ਬਿਲਕੁਲ ਜਿਹੜਾ ਉਹਨਾਂ ਪਰਿਵਾਰਾਂ ਦੀਆਂ ਹਰ ਸਮੱਸਿਆਵਾਂ ਨੂੰ ਹੱਲ ਕੀਤਾ ਜਾਂਦਾ ਹੈ ਔਰ ਨੌਜਵਾਨ ਆਗੂ ਵੀ ਸਾਡੇ ਨਾਲ ਨੇ। ਹਰ ਸਾਲ ਇੱਥੇ ਇਕੱਠੇ ਜ਼ਰੂਰ ਹੁੰਦੇ ਆ ਮੋਮਬੱਤੀ ਲੈ ਕੇ, ਪਰ 37 ਸਾਲ ਹੋ ਗਏ, ਇਨਸਾਫ ਹਜੇ ਤੱਕ ਜਿਹੜਾ ਉਹ ਨਹੀਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਮੇਸ਼ਾ ਇਸ 84 ਦੀ ਲੜਾਈ ਨੂੰ ਅੱਗੇ ਹੋ ਕੇ ਲੜਿਆ। ਇਸ ਲੜਾਈ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਯੋਗਦਾਨ ਹੈ, ਕਿਉਂਕਿ ਇਸ ਲੜਾਈ ਨੂੰ ਅਗਰ ਕਿਸੇ ਨੇ ਸਿਰੇ ਤੱਕ ਲੈ ਕੇ ਗਈ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਆ। ਪਰ ਮੈਂ ਸਮਝਦਾ ਹਾਂ ਜੋ ਕੋਰਟਾਂ ਦੇ ਵਿੱਚ ਲੜਾਈਆਂ ਲੜਨੀਆਂ ਨੇ ਔਰ ਜੋ ਕੋਰਟ ਕੰਟਰੋਲ ਕਰਦੇ ਨੇ, ਜਿਨ੍ਹਾਂ ਦੇ ਕੋਰਟਾਂ ਤੱਕ ਲਿੰਕ ਨੇ, ਕਰੋੜਾਂ ਰੁਪਏ ਅਰਬਾਂ ਰੁਪਏ ਰਿਸ਼ਵਤਾਂ ਦੇ ਕੇ ਕਲੀਨ ਚਿੱਟਾਂ ਲੈ ਜਾਂਦੇ ਨੇ, ਉਹਨਾਂ ਲਈ ਸਾਨੂੰ ਹੋਰ ਲੰਬੀ ਲੜਾਈ ਲੜਨ ਦੀ ਲੋੜ ਹੈ। ਕੌਮ ਨੂੰ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਉਹਨਾਂ ਦੀ ਲੜਾਈ ਲੜਨ ਦੀ ਲੋੜ ਹੈ। ਬਿਲਕੁਲ ਜਿਹੜਾ ਹੈ ਉਹ ਇਸ ਵੇਲੇ ਇਕਜੁੱਟ ਹੋਣ ਦੀ ਲੋੜ ਹੈ, ਤਾਂ ਹੀ ਜਿਹੜਾ ਹੈ ਇਨਸਾਫ 1984 ਦੇ ਇਹਨਾਂ ਪਰਿਵਾਰਾਂ ਨੂੰ ਮਿਲ ਪਾਏਗਾ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕੈਂਡਲ ਮਾਰਚ ਕੱਢੀ ਗਈ ਤੇ ਇਸ ਕੈਂਡਲ ਮਾਰਚ ਦੇ ਵਿੱਚ ਉਹ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਜਿਨ੍ਹਾਂ ਦੇ ਆਪਣੇ ਉਹਨਾਂ ਤੋਂ 37 ਸਾਲ ਪਹਿਲਾਂ ਵਿਛੜ ਗਏ ਸੀਗੇ, ਖੋਲੇ ਗਏ ਸੀਗੇ, ਪਰ ਉਹਨਾਂ ਦੇ ਜ਼ਖਮ ਅੱਜ ਵੀ ਹਰੇ ਨੇ। ਉਹਨਾਂ ਨੇ ਆਪਣੀ ਹੱਡਬੀਤੀ ਸੁਣਾਈ। ਉਹਨਾਂ ਨੇ ਦੱਸਿਆ ਕਿ ਇਹ ਉਹ ਘਾਟਾ ਸੀਗਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ। 1 ਨਵੰਬਰ 1984 ਦਾ ਅੱਜ ਉਹ ਦਿਨ ਆ ਜਦੋਂ ਅੱਜ ਤੋਂ 36 ਵਰੇ ਪਹਿਲਾਂ ਕਾਂਗਰਸ ਵੱਲੋਂ, ਗਾਂਧੀ ਪਰਿਵਾਰ ਵੱਲੋਂ ਸਿੱਖਾਂ ਦਾ ਕਤਲੇਆਮ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। 8000 ਤੋਂ ਜ਼ਿਆਦਾ ਸਾਡੇ ਮਾਵਾਂ, ਭੈਣਾਂ, ਭਰਾ, ਛੋਟੇ ਬੱਚੇ, ਦੁੱਧ ਪੀਂਦੇ ਬੱਚਿਆਂ ਦਾ ਵੀ ਕਤਲੇਆਮ ਕੀਤਾ ਗਿਆ ਔਰ ਆਰਮੀ 'ਚ ਵਰਦੀਆਂ ਦੇ ਜਿਹੜੇ ਲੋਕ ਆਰਮੀ 'ਚ ਵਰਦੀ ਸੀਗੇ ਉਹਨਾਂ ਨੂੰ ਟ੍ਰੇਨਾਂ 'ਚੋਂ ਕੱਢ ਕੇ ਜੀਂਦਿਆਂ ਨੂੰ ਜਲਾਇਆ ਗਿਆ, ਗਲਾਂ 'ਚ ਟਾਇਰ ਪਾ ਕੇ ਅੱਗ ਲਾਈ ਗਈ। ਅਸੀਂ ਲੰਬੇ ਸਮੇਂ ਤੋਂ ਇਸ ਲੜਾਈ ਨੂੰ ਲੜਦੇ ਆਏ ਹਾਂ। ਹਾਲਾਂਕਿ ਪਿਛਲੇ 10 ਸਾਲ ਤੋਂ ਹੀ ਸਹੀ ਮਾਇਨਿਆਂ 'ਚ ਇਹ ਲੜਾਈ ਦੁਬਾਰਾ ਤੋਂ ਸ਼ੁਰੂ ਕੀਤੀ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਕਮੇਟੀਆਂ ਰਹੀਆਂ ਸੀਗੀਆਂ ਉਹ ਕਾਂਗਰਸ ਦੀਆਂ ਕਮੇਟੀਆਂ ਸੀ ਤੇ ਉਹਨਾਂ ਨੇ ਇਸ ਲੜਾਈ ਨੂੰ ਖਤਮ ਕੀਤਾ, ਜਿਹਦੇ ਕਾਰਨ ਇਹ ਸਾਨੂੰ ਲੰਬੀ ਲੜਾਈ ਲੜਨੀ ਪਈ। ਔਰ ਇਸੇ ਦੌਰਾਨ ਹੀ ਸੱਜਣ ਕੁਮਾਰ ਨੂੰ ਅਸੀਂ ਜੇਲ੍ਹ 'ਚ ਛੱਡਣ 'ਚ ਕਾਮਯਾਬ ਹੋਏ।
ਹੁਣ ਕਮਲਨਾਥ ਔਰ ਜਗਦੀਸ਼ ਟਰੈਕਟਰ ਦੇ ਵੀ ਅਸੀਂ ਕੇਸ ਖੁਲਵਾਏ ਨੇ। ਅੱਜ ਜਿਹੜੀ ਇਹ ਕੈਂਡਲ ਮਾਰਚ ਕੀਤੀ ਗਈ ਹੈ ਜਿੱਥੇ ਅਸੀਂ ਆਪਣੇ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਉੱਥੇ ਹੀ ਅਸੀਂ ਕਾਂਗਰਸ ਨੂੰ ਔਰ ਆਪਣੇ ਕਾਤਲ ਨੂੰ ਦੱਸਿਆ ਕਿ ਸਾਡੇ ਅੰਦਰ ਵੀ ਅਲਾਟ ਵਰਗੂ ਅੱਗ ਅਜੇ ਵੀ ਬਲਦੀ ਪਈ ਆ ਔਰ ਇਹ ਅੱਗ ਉਦੋਂ ਤੱਕ ਸ਼ਾਂਤ ਨਹੀਂ ਹੋਊਗੀ ਜਦੋਂ ਤੱਕ ਅਸੀਂ ਆਪਣੇ ਪਰਿਵਾਰਾਂ ਦੀ ਇਸ ਕਤਲੇਆਮ ਦਾ ਬਦਲਾ ਨਾ ਲੈ ਲਈਏ। ਉਹ ਠੀਕ ਆ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਲੜਦੇ ਪਏ ਹਾਂ, ਸਾਡੇ ਆਪਣੇ ਲੋਕਾਂ ਨੇ ਵੀ ਇਹਦੇ ਅੰਦਰ ਬਹੁਤ ਨੁਕਸਾਨ ਪਹੁੰਚਾਇਆ, ਲੇਕਿਨ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਅਸੀਂ ਸਾਰੇ ਪਰਿਵਾਰ ਵਚਨਬੱਧ ਹਾਂ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਮਲਨਾਥ ਔਰ ਜਗਦੀਸ਼ ਟਾਈਟਲਰ ਵੀ ਸੱਜਣ ਕੁਮਾਰ ਦੀ ਜੇਲ੍ਹ 'ਚ ਸਾਥੀ ਹੋਣਗੇ। ਕਾਂਗਰਸ ਕਮੇਟੀ ਨੇ ਟਾਈਟਲਰ ਨੂੰ ਵਾਪਸ ਕਮੇਟੀ 'ਚ ਲਿਆ ਹੈ, ਉਹ ਲੈਣਗੇ। ਉਹਨਾਂ ਨੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਹੈ ਕਿਉਂਕਿ ਉਹ ਆਪਣੀ ਸ਼ਹਿ ਦੇਣਾ ਚਾਹੁੰਦੇ ਨੇ ਔਰ ਜੁਡੀਸ਼ਰੀ ਨੂੰ ਔਰ ਪੁਲਿਸ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਅਸੀਂ ਇਹਨਾਂ ਕਾਤਲਾਂ ਦੇ ਨਾਲ ਖੜੇ ਹਾਂ ਤਾਂ ਕਿ ਇਹਨਾਂ ਨੂੰ ਕੋਈ ਹੱਥ ਨਾ ਪਾ ਸਕੇ। ਲੇਕਿਨ ਉਹਨਾਂ ਨੇ ਬੜੀ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ, ਉਹਨਾਂ ਨੇ ਸਾਰੀਆਂ ਕੋਸ਼ਿਸ਼ਾਂ ਅਸੀਂ ਨਾਕਾਮ ਕੀਤੀਆਂ। ਅਕਾਲ ਪੁਰਖ ਦੀ ਕਿਰਪਾ ਰਹੂਗੀ ਤੇ ਬੜੀ ਜਲਦੀ ਜਗਦੀਸ਼ ਟਰੈਕਟਰ ਸੱਜਣ ਕੁਮਾਰ ਦਾ ਸਾਥੀ ਜੇਲ੍ਹ 'ਚ ਹੋਊਗਾ। ਜਿਵੇਂ ਉਹ ਕਤਲੇਆਮ 'ਚ ਸਾਥੀ ਸੀ, ਇਸ ਤਰ੍ਹਾਂ ਜੇਲ੍ਹ ਦੇ ਸਾਥੀ ਵੀ ਹੋਣਗੇ। ਇਹ ਜਿਹੜੇ 1984 ਦੀ ਯਾਦਗਾਰ ਹੈ, ਇਹੀ ਬੜਾ ਵੱਡਾ ਇੱਕ ਸਿੰਬੋਲਿਕ ਹੈ ਕਿ 32 ਸਾਲ ਸਾਨੂੰ ਕਿਸੇ ਨੇ 2 ਗਜ਼ ਜਗ੍ਹਾ ਨਹੀਂ ਦਿੱਤੀ ਸੀ, ਮਗਰ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜ ਕੇ ਔਰ ਜਿਸ ਵਕਤ ਸੇਵਾ ਸੰਭਾਲ ਕੀਤੀ ਗੁਰਦੁਆਰਿਆਂ ਦੀ, ਇਹ ਅਸੀਂ ਯਾਦਗਾਰ ਬਣਾਈ ਤਾਂ ਕਿ ਅਸੀਂ ਹਰ ਸਾਲ ਅਸੀਂ ਉਹਨਾਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕੀਏ। ਔਰ ਦੇਸ਼ ਦੀ ਸਰਕਾਰਾਂ ਤੋਂ ਹੁਣ ਸਾਨੂੰ ਉਮੀਦ ਵੀ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਵਤੀਰਾ ਕਰਦੀਆਂ ਆਈਆਂ, ਇੰਨੇ ਸਾਲ ਕਾਂਗਰਸ ਦੀ ਸਰਕਾਰ ਹੁੰਦੀ ਹੋਈ ਕਦੀ ਨਾ ਕੋਈ ਮਾਫੀ ਮੰਗੀ ਗਈ ਔਰ ਉਹਨਾਂ ਦੋਸ਼ੀਆਂ ਨੂੰ ਅੱਜ ਵੀ ਹੁਣ ਤੁਹਾਡੇ ਸਾਹਮਣੇ ਜਗਦੀਸ਼ ਟਾਈਟਲਰ ਨੂੰ ਥੋੜੇ ਦਿਨ ਪਹਿਲੇ ਉਹਨੂੰ ਸਨਮਾਨਿਤ ਕਰਕੇ ਉਹਨੂੰ ਦਿੱਲੀ ਦੇ ਵਿੱਚ ਰਾਜਨੀਤੀ ਵਿੱਚ ਫਿਰ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਦੀ ਮਿਨਿਸਟਰੀਸ਼ਿਪ ਦਿੱਤੀ ਜਾ ਰਹੀ ਹੈ, ਕਦੀ ਉਹਨਾਂ ਨੂੰ MP ਦੀ ਟਿਕਟਾਂ ਦਿੱਤੀਆਂ ਜਾ ਰਹੀਆਂ। ਸੋ ਕਾਂਗਰਸ ਤੋਂ ਤਾਂ ਸਾਨੂੰ ਕਦੀ ਉਮੀਦ ਨਹੀਂ ਸੀ, ਮਗਰ ਸਾਨੂੰ ਭਾਰਤੀ ਜਨਤਾ ਪਾਰਟੀ ਤੋਂ ਬੜੀ ਉਮੀਦ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਾਤਲਾਂ ਨੂੰ ਸਜ਼ਾ ਦੇਣ ਦੀ ਗੱਲ ਕਰਨਗੇ। ਸੱਜਣ ਕੁਮਾਰ ਦੀ ਜਿਹੜੀ ਅਸੀਂ ਲੜਾਈ ਲੜੀ ਔਰ ਬਹੁਤ ਵੱਡੀ ਲੜਾਈ ਲੜਨ ਤੋਂ ਬਾਅਦ SIT ਗਠਿਤ ਹੋਈ ਸੀ। ਉਸ ਤੋਂ ਬਾਅਦ ਸਾਨੂੰ ਬਹੁਤ ਉਮੀਦ ਸੀ ਕਿ ਜਗਦੀਸ਼ ਟਰੈਟਲਰ ਔਰ ਭਗਤ ਵਰਗੇ ਜਿਹੜੇ ਜਿਸ ਦੁਨੀਆ ਤੋਂ ਵੀ ਚਲੇ ਗਏ ਨੇ ਮਗਰ ਉਹਨਾਂ ਦੇ ਮੁਕੱਦਮੇ ਅੱਜ ਤੱਕ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਮਗਰ ਜਗਦੀਸ਼ ਟਰੈਟਲਰ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਮੈਂ ਸਮਝਦਾ ਕਿ ਕਿਧਰੇ ਨਾ ਕਿਧਰੇ ਲਿੰਕਸ ਨੇ ਜਿਹੜੇ ਮੌਜੂਦਾ ਸਰਕਾਰ ਦੇ ਨਾਲ ਉਹਨਾਂ ਦੇ, ਉਹ ਵੀ ਨਜ਼ਰ ਆ ਰਹੇ ਨੇ। ਸੋ ਇਸ ਗੱਲ ਦੇ ਉੱਤੇ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਮਗਰ ਅੱਜ ਸ਼੍ਰੋਮਣੀ ਅਕਾਲੀ ਦਲ ਆਪਣਾ ਫਰਜ਼ ਨਿਭਾਉਂਦੇ ਹੋਏ ਅਸੀਂ ਯਾਦਗਾਰ ਜਿਹੜੀ ਹਰ ਸਾਲ ਕਰਦੇ ਆ, ਅਸੀਂ ਇੱਥੇ ਫਿਰ ਇਕੱਠੇ ਹੋਏ। ਹਰ ਸਾਲ ਤੁਸੀਂ ਆਉਂਦੇ ਹੋ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਪੜ੍ਹਦੇ ਹੋ, ਕਿੰਨਾ ਕੁ ਦੁੱਖ ਹੁੰਦਾ? ਦੁੱਖ ਤੇ ਬਹੁਤ ਹੁੰਦਾ ਹੈ, ਲੇਕਿਨ ਕੀ ਕਰੇ, ਮਜਬੂਰ ਹੈਗੇ। ਸਾਡੇ ਕਿਸੇ ਅੱਗੇ ਕੁਝ ਨਹੀਂ ਚੱਲ ਸਕਦੀ। ਜੇ ਸਰਕਾਰ ਅੰਧੀ ਬਹਿਰੀ ਨਾ ਹੁੰਦੀ, ਸਭ ਕੁਝ ਸਾਨੂੰ ਇਨਸਾਫ ਮਿਲਣਾ ਸੀਗਾ। ਸਰਕਾਰ ਨੇ ਸਾਡੇ ਕੱਖ ਨਹੀਂ ਸੁਣਿਆ। ਅਜੇ ਤੱਕ 36ਵਾਂ ਸਾਲ 37ਵਾਂ ਚੱਲ ਪਿਆ ਆ। ਸਰਕਾਰ ਨੇ ਸਾਡੀ ਕੋਈ ਵੀ ਇੰਨੀ ਨਹੀਂ ਸੁਣਾਈ ਕੀਤੀ ਵੀ ਕਿੱਥੇ ਕਤਲ ਹੋਇਆ ਕੀ ਹੈ। ਜਦੋਂ ਵਾਰੀ ਚੀਕ ਕੇ ਕਹਿੰਦੇ ਆ ਕਿ ਭਾਈ ਇੱਥੇ ਮਰ ਗਿਆ ਸਾਡਾ ਪੂਰੇ ਟੱਬਰ, ਕਤਲੇਆਮ ਰਾਤੀ ਔਰ ਦਿਨੇ ਹੁੰਦੇ ਰਹੇ ਆ ਤੇ ਕੋਈ ਪੁਲਿਸ ਨਹੀਂ, ਕੋਈ ਆਪਣਾ FIR ਨਹੀਂ। 10 ਸਦੱਸਿਆ ਕਤਲੇਆਮ ਹੋ ਗਏ, ਉਹਨਾਂ ਦੇ ਇੱਕ FIR ਹੈਗਾ। ਸਾਡੇ ਨਾਲ ਬੇਇਨਸਾਫ ਹੋਇਆ। ਸਰਕਾਰ ਨੇ ਇਨਸਾਫ ਨਹੀਂ ਦਿੱਤਾ ਹੁਣ ਤੱਕ ਵੀ। ਅਸੀਂ ਹਜੇ ਵੀ ਆਸ ਰੱਖ ਕੇ ਬੈਠੇ ਹਾਂ। ਸਾਡੇ ਬੱਚੇ ਵੀ ਜਿਵੇਂ ਇੱਕ ਬੇਘਰ ਹੋ ਕੇ ਗੁਜ਼ਾਰਾ ਕਰਦੇ ਪਏ ਹਨ। ਸਾਡੀ ਕਿਸੇ ਨੇ ਨਹੀਂ ਸੁਣੀ। ਸੁਣਨਾ ਚਾਹੀਦਾ। ਕਿਉਂ? ਇਹ ਲੜਾਈ ਨਹੀਂ ਸੀਗੀ, ਇਹ ਕਤਲੇਆਮ ਸੀਗਾ। ਇਹਨਾਂ ਨੇ ਕਤਲੇਆਮ ਕੀਤਾ ਹੀ ਆ ਖੜੇ ਹੋ ਕੇ। ਸਰਕਾਰ ਨੇ ਇੰਨਾ ਨਹੀਂ ਹੋਣਾ ਚਾਹੀਦਾ। 3 ਦਿਨ 3 ਰਾਤਾਂ ਹੈਗੀਆਂ, ਇੰਨੇ ਮਾਰਦੇ ਰਹੇ ਸਿੱਖਾਂ ਨੂੰ। ਸਿੱਖਾਂ ਦੀ ਕੋਈ ਵੈਲੂ ਨਹੀਂ ਹੈਗੀ। ਫਿਰ ਵੀ ਸਮਝੇ ਨਾ ਸਰਕਾਰ ਇਸ ਗੱਲ ਨੂੰ ਕਿ ਸਾਨੂੰ ਇਨਸਾਫ ਦਿਲਾਏ। ਉਹਨਾਂ ਨੂੰ ਫਾਂਸੀ ਤੇ ਚੜਾਏ। ਸਜ਼ਾ ਕਿਉਂ ਦਿੰਦੇ? ਉਹਨਾਂ ਨੂੰ ਸੂਲੀ ਤੇ ਚੜਾਉਣ, ਤਬ ਜਾ ਕੇ ਸਾਡੇ ਦਿਲ ਨੂੰ ਠੰਡਕ ਪਏਗੀ। ਅਜੇ ਤੱਕ ਅਸੀਂ ਇਨਸਾਫ ਮੰਗਦੇ ਵੀ ਇਨਸਾਫ ਕੋਈ ਨਹੀਂ ਮਿਲੇ। ਸਾਨੂੰ ਇਨਸਾਫ ਚਾਹੀਦਾ। ਸੋ ਬਿਲਕੁਲ ਇਨਸਾਫ ਦੀ ਲੜਾਈ ਹੈ। ਪਰਿਵਾਰ ਹਜੇ ਤੱਕ ਲੜ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇੱਥੇ ਇਕੱਠੇ ਹੁੰਦੇ ਨੇ। ਅਸੀਂ ਨਹੀਂ ਬੋਲ ਸਕਦੇ ਯਾਰ। ਲੋਕਾਂ ਵਾਸਤੇ 37 ਸਾਲ ਹੋ ਗਏ, ਸਾਡੇ ਵਾਸਤੇ ਤੇ ਹੁਣੇ ਹੀ ਹੋਇਆ ਹੈ। ਸਾਡੇ ਤੇ ਅਜੇ ਵੀ ਉਹੀ ਜ਼ਖਮ ਰਹਿ ਗਏ। ਅਸੀਂ ਨਹੀਂ ਭੁੱਲ ਸਕਦੇ ਆ। ਇਸ ਟਾਈਮ ਤੇ ਕਰਦੇ ਸਾਡਾ ਪੂਰਾ ਪਰਿਵਾਰ ਤਬਾਹ ਹੋ ਗਿਆ ਸੀ। ਇਸ ਟਾਈਮ ਤੇ ਕਰਦੇ ਜਿਵੇਂ ਕਾਲਾ ਅੰਧੇਰਾ ਛਾ ਗਿਆ, ਐਵੇਂ ਹੀ ਅੰਧੇਰਾ ਹੋ ਗਿਆ ਸੀ ਸਾਡੇ ਘਰਾਂ ਦੇ ਵਿੱਚ। ਘਰਾਂ ਦੀ ਲਾਈਟ ਕੱਟ ਦਿੱਤੀ ਸੀ, ਹੈਂਡ ਪੰਪ ਦੇ ਹਾਥੀਆਂ ਕੱਢ ਕੇ ਲੈ ਗਏ, ਘਰਾਂ ਦੇ ਵਿੱਚ ਅੱਗ ਲਾ ਦਿੱਤੀ। ਜਿੰਨੇ ਵੀ ਸਿੱਖ ਭਰਾ ਹੈਗੇ ਸੀ ਸਾਰਿਆਂ ਨੂੰ ਜਿੰਦਿਆਂ ਨੂੰ ਇੱਕ ਨੂੰ ਕੱਢ ਦੇ ਗਏ, ਮਾਰ ਦੇ ਗਏ। ਇੱਕ ਵੀ ਨਹੀਂ ਬਚਾਇਆ। ਜਿਹਦੇ ਸਿਰ ਤੇ ਪਗੜੀ ਦੇਖੀ ਉਹਨੂੰ ਜਿੰਦਾ ਸਾੜ ਦਿੱਤਾ, ਗਲਿਆਂ ਵਿੱਚ ਟੇਰ ਪਾ ਕੇ, ਪੈਟਰੋਲ ਪਾ ਕੇ। ਇੱਕ ਵੀ ਬੰਦਾ ਨਹੀਂ ਬਚਾਇਆ। ਇਸ ਟਾਈਮ ਤੇ ਕਰਦੇ ਸਾਡਾ ਸਭ ਕੁਝ ਉਜੜ ਗਿਆ ਸੀ। ਸਾਡਾ ਕੁਝ ਵੀ ਨਹੀਂ ਬਚਿਆ।
37 ਸਾਲ ਹੋ ਗਏ, 37 ਸਾਲ ਤੋਂ ਅਸੀਂ ਰੋ ਰਹੇ ਹਾਂ, ਆਪਣੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ। ਕਿਹੋ ਜੀ ਘੜੀ ਆਈ ਸੀ, ਸਾਨੂੰ ਤਬਾਹ ਕਰ ਗਈ। ਗੁੰਜਾ ਸੈਕਫਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਦੇ ਤਿਰਲੋਕਪੁਰੀ ਇਲਾਕੇ ਦੇ ਵਿੱਚ ਕਈ ਅਜਿਹੇ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਨੇ ਆਪਣੇ 84 ਦੇ ਵਿੱਚ ਗਵਾਏ ਸੀਗੇ ਤੇ ਅੱਜ ਵੀ ਉਹ ਜ਼ਖਮ ਉਸੇ ਤਰ੍ਹਾਂ ਹਰੇ ਨੇ। ਤਿਰਲੋਕਪੁਰੀ ਇਲਾਕੇ ਦੇ ਵਿੱਚ ਮੈਂਬਰ ਦੇ ਨਾਲ ਤੇ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਇਸ ਵੇਲੇ ਅਸੀਂ ਤਿਰਲੋਕਪੁਰੀ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਇਸ ਵੇਲੇ ਉਹਨਾਂ ਤਮਾਮ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਨਵੰਬਰ 1984 ਦੇ ਵਿੱਚ ਕਤਲ ਕੀਤਾ ਗਿਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਮੈਂਬਰ ਭੁਪਿੰਦਰਪਾਲ ਸਿੰਘ ਭੁੱਲਰ ਸਾਡੇ ਨਾਲ ਨੇ। ਭੁੱਲਰ ਸਾਹਿਬ, ਅੱਜ ਪਰਿਵਾਰ ਵੀ ਜਿਹੜੇ ਨੇ ਉਹ ਸ਼ਾਮਲ ਹੋਏ। ਹਰ ਸਾਲ ਇਕੱਠ ਇੱਥੇ ਕੀਤਾ ਜਾਂਦਾ ਹੈ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਤਸਵੀਰਾਂ 'ਚ ਅਸੀਂ ਦੇਖ ਰਹੇ ਹਾਂ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ। ਤਿੰਨ ਪੀੜ੍ਹੀਆਂ ਉਸ ਵੇਲੇ ਜਿਹੜੀਆਂ ਉਹ ਬਰਬਾਦ ਹੋਈਆਂ 1984 ਦੇ ਕਤਲੇਆਮ 'ਚ। ਦੇਖੋ, ਮੈਂ ਸਮਝਦਾ ਹਾਂ ਕਿ 1984 ਦਾ ਅੱਜ ਦਾ ਜੋ ਦਿਨ ਸੀ ਇਹ ਬੜਾ ਹੀ ਮੰਦਭਾਗਾ ਦਿਨ ਸੀ ਔਰ ਸਰਕਾਰ ਨੇ ਜੋ ਉਸ ਟਾਈਮ ਦੀ ਸਰਕਾਰ ਸੀ, ਕਾਂਗਰਸ ਦੀ ਸਰਕਾਰ ਸੀ, ਉਹਨੇ ਆਪ ਖੜੇ ਹੋ ਕੇ ਇਹ ਸਿੱਖਾਂ ਦਾ ਕਤਲੇਆਮ ਕਰਵਾਇਆ। ਇਹ ਜਿਸ ਸਥਾਨ 'ਤੇ ਆਪਾਂ ਖੜੇ ਹਾਂ ਇਹ ਤਿਰਲੋਕਪੁਰੀ ਦਾ 32 ਬਲਾਕ ਗੁਰਦੁਆਰਾ ਹੈ ਔਰ ਇਸ ਸਥਾਨ 'ਤੇ ਹੀ ਲਗਭਗ ਇਸੇ ਜਿਹੜਾ ਤੁਸੀਂ ਇਹ ਕੰਪਲੈਕਸ ਦੇਖਦੇ ਹੋ ਇਹਦੇ ਵਿੱਚ 450 ਤੋਂ 500 ਦੇ ਕਰੀਬ ਜਿਹੜੇ ਸੀ ਇੱਥੇ ਸਿੰਘ ਕਤਲ ਕੀਤੇ ਗਏ। ਔਰ ਵਾਕਈ ਅਗਰ ਤੁਸੀਂ, ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਤੁਸੀਂ ਦੇਖੋਗੇ ਨਾ ਕਿ ਜਿੱਥੇ ਵੱਡੀ ਉਮਰ ਦੇ ਸੀ ਉੱਥੇ ਛੋਟੀ ਛੋਟੀ ਉਮਰ ਦੇ ਵੀ ਇਹੋ ਜਿਹੇ ਬੱਚੇ ਹੈਗੇ ਸੀ ਕਿ ਜਿਨ੍ਹਾਂ ਨੂੰ ਦੇਖੋ, ਜਿਨ੍ਹਾਂ ਦੇ ਦਾੜੀ ਮੁੱਛਾਂ ਵੀ ਨਹੀਂ ਆਈਆਂ, ਜਿਨ੍ਹਾਂ ਨੇ ਪੱਗ ਵੀ ਨਹੀਂ ਸੀ ਬੰਨਣੀ ਸ਼ੁਰੂ ਕੀਤੀ। ਇਹੋ ਜਿਹੇ ਬੰਦਿਆਂ ਦਾ ਬੜਾ ਨਾ ਨਰਸੰਹਾਰ ਕੀਤਾ ਗਿਆ ਇੱਥੇ। ਪਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ 36-37 ਸਾਲ ਹੋ ਗਏ ਨੇ, ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅੱਜ ਤੱਕ ਇਹ ਲੜਾਈ ਲੜਦੇ ਪਏ ਆ ਔਰ ਇਹ ਲੜਾਈ ਦਾ ਤੁਸੀਂ ਨਤੀਜਾ ਦੇਖਿਆ ਕਿ ਅੱਜ ਸੱਜਣ ਕੁਮਾਰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਹੈਗਾ। ਇਹ ਜਿਹੜਾ ਨਰਸੰਹਾਰ ਹੋਇਆ, ਇਹ ਜਦ ਤੱਕ ਇਹਦੇ ਸਾਨੂੰ ਇਨਸਾਫ ਨਹੀਂ ਮਿਲੇਗਾ ਇਹਦੀ ਲੜਾਈ ਅਸੀਂ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ। ਜਦੋਂ ਤੋਂ 2013 ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਪਾਵਰ 'ਚ ਆਏ ਹਾਂ, ਉਦੋਂ ਤੋਂ ਲੈ ਕੇ ਦਿੱਲੀ ਦੇ ਵਿੱਚ ਜਿੰਨੀਆਂ ਵੀ 1984 ਦੀ ਵਿਧਵਾਵਾਂ ਸੀ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਨਰਸੰਹਾਰ ਹੋਇਆ ਸੀ, ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰ ਮਹੀਨੇ ਇੱਕ ਪੈਨਸ਼ਨ ਵੀ ਦਿੰਦੀ ਹੈ। ਮੈਂ ਸਮਝਦਾ ਸ਼ਾਇਦ ਵਰਲਡ ਦੇ ਵਿੱਚ ਪਹਿਲੀ ਇਹੋ ਜਿਹੀ ਕਲੋਨੀ ਹੋਏਗੀ ਕਿ ਜਿਹੜੇ ਨਰਸੰਹਾਰ ਹੋਣ ਤੋਂ ਬਾਅਦ ਇੱਕ ਕਲੋਨੀ ਦਾ ਨਾਮ ਵਿਧਵਾ ਕਲੋਨੀ ਰੱਖਿਆ ਗਿਆ। ਨਾ ਲਾਠੀ ਚਾਰਜ ਕੀਤਾ, ਲਾਈਟਾਂ ਕੱਟ ਦਿੱਤੀਆਂ, ਸਾਰੀਆਂ ਕਰਦੀਆਂ, ਲੁੱਟ ਮਾਰ ਵੀ ਕਰ ਲਈ, ਸਭ ਕੁਝ ਲੈ ਗਏ ਲੁੱਟ ਕੇ। ਮੈਂ ਤਾਂ ਇਹੀ ਚਾਹੁੰਦੀ ਹਾਂ ਇਨਸਾਫ ਮਿਲਣਾ ਚਾਹੀਏ ਔਰ ਹੋਣਾ ਚਾਹੀਏ ਹੀ। बिल्कुल जो भी साढ़े नाम बुरा किया उन्होंने नाम भी बुरा होना चाहिए। सारा पूरा भर के आया सारे लोग मारने के लिए। फिर साढ़े बंदा बाहर निकाल के उसको जलाया, जला के सोने की वो अंगूठी सी वो निकाली, फिर घर में लूट मार करी। फिर एक मुंडा आया साडा तिलक नगर रहिंदा, वो पूरा सड़ गया सी, उन्होंने आग लगा देती, वो जीने में छिपिया सी। फिर पड़ोसियों ने कहा कि मार दो ये सरदार, हमें मार देंगे। इन्ना जुलम कीता सी साडे नाल। बहुत बुरा इस तरह से कि देखा नहीं जाता। हुण भी वो जड़ा सीन है वो देख के मैं बड़ा हैरान होता कि वो मेरे सामने सीन जिस तरह है, इस तरह रब किसी को ना दिखावे कि इस तरह हालत की सी उन्हां दे। अपील कर रहे हैं सरकारां नूं कि इन्हां परिवारां दी बांह फड़ी जाए। दिल्ली सरकार ने जिस तरीके दे आम आदमी पार्टी सरकार ने वादे कीते, वो वादे जिहड़े पूरे कीते जाण। केंद्र सरकार जिहड़ी है वो फास्ट ट्रैक दे विच इन्हां केसां नूं लैके जाए, जिन्हां केसां दे विच कई वड्डे नाम ने, जिन्हां दे विच कमलनाथ, जगदीश टाइटलर ते होर उन्हां दे साथी शामिल ने। कैमरा पर्सन राम बहादुर दे नाल जसमीत सिंह, PTC न्यूज़ दिल्ली। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।